ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਾ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਾ ਹੋਏ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਹਿਮਾਮਈ ਅਸਥਾਨ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਜੀ ਵਿਖੇ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਦੋ ਜਹਾਨ ਦੇ ਵਾਲੀ ਸਰਵਰੇ ਕਾਇਨਾਤ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਸਤਸੰਗੀ ਜਨੋ ਧਨਤਾ ਦੇ ਯੋਗ ਹੋ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਬਾਰਗਾਹ 'ਚ ਬੈਠ ਕਰਕੇ ਨਿਤਾ ਪ੍ਰਤੀ ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰੱਬੀ ਗੁਰਬਾਣੀ ਧੁਰ ਕੀ ਬਾਣੀ ਆਫਾ ਜੀ ਦੇ ਵਾਰ ਦੇ ਕੀਰਤਨ ਬੜੇ ਹੀ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੇ ਲੜੀਵਾਰ ਪਾਵਨ ਗੁਰ ਸ਼ਬਦ ਦੀ ਵਿਚਾਰ ਕਥਾ ਦਾ। ਆਓ ਬੜੇ ਹੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕਰਕੇ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਨ ਬਾਣੀ ਦੇ ਬੋਹਿਤ ਧੰਨ ਧੰਨ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪ ਜੀ ਨੇ ਪਾਵਨ ਪਦਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਵਿੱਚ ਇਸ ਪਾਵਨ ਸ਼ਬਦ ਦਾ ਸਲੋਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪਰਮਾਤਮਾ ਪ੍ਰਭੂ ਉਹ ਅਕਾਲ ਪੁਰਖ ਸਦਾ ਸਥਿਰ ਰਹਿਣ ਵਾਲਾ ਆਪਣੀ ਹੋਂਦ ਕਾਇਮ ਰੱਖਣ ਵਾਲਾ ਹਸਤੀ ਵਾਲਾ
ਜਿਹੜਾ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਅਗਾਂਹ ਆਉਣ ਵਾਲੇ ਸਮੇਂ ਤੱਕ ਸੱਚ ਹੈ, ਸਥਿਰ ਹੈ, ਉਹ ਸਰਬ ਵਿਆਪਕ ਹੈ, ਉਹ ਮੌਜੂਦ ਹੈ, ਉਹ ਹੁਣ ਦੇ ਸਮੇਂ ਵੀ ਮੌਜੂਦ ਹੈ, ਅਗਾਂਹ ਵੀ ਸਦਾ ਕਾਇਮ ਰਹਿਣ ਵਾਲਾ। ਇਸ ਪਾਵਨ ਸਲੋਕ ਤੋਂ ਜਿਹੜਾ ਦੂਸਰਾ ਪਦਾ ਆਪ ਜੀ ਨੇ ਸਰਵਣ ਕੀਤਾ ਹੈ, ਸਤ ਸਰੂਪ ਹਿਰਦੈ ਜਿਨ ਮਾਨਿਆ। ਸਤ ਸਰੂਪ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤ, ਪ੍ਰਭੂ ਦਾ ਸਰੂਪ, ਪ੍ਰਭੂ ਦਾ ਆਕਾਰ, ਜਿਨ੍ਹਾਂ ਨੇ ਸਦਾ ਮਨ 'ਚ ਟਿਕਾਇਆ। ਹਿਰਦੈ ਜਿਨ ਮਾਨਿਆ, ਹਿਰਦੈ ਹਿਰਦਾ, ਹਿਰਦੇ ਘਰ ਵਿੱਚ ਸ਼ਬਦ ਦਾ ਪ੍ਰਕਾਸ਼। ਅੱਜ ਸਾਡੇ ਕੋਲ ਸਤ ਸਰੂਪ ਗੁਰਬਾਣੀ ਦਾ ਸ਼ਬਦ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਦੀ ਬਾਣੀ ਦਾ ਚਾਨਣ, ਸਤ ਸਰੂਪ ਸਦਾ ਸਥਿਰ ਰਹਿਣ ਵਾਲਾ ਪਾਵਨ ਗੁਰੂ ਸ਼ਬਦ, ਜਿਹਦੇ ਲੜ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਲਾਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇ ਕਰਕੇ ਬਾਅਦ 'ਚ ਜੋਤੀ ਜੋਤ ਸਮਾਏ ਤੇ ਸਾਨੂੰ ਇੱਕ ਹੁਕਮ ਕਰਕੇ ਗਏ ਸਨ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉਹ ਗੁਰੂ ਜਿਹੜਾ ਹਰ ਜਗ੍ਹਾ ਹਰ ਥਾਂ ਸਰਬ ਵਿਆਪਕ ਹੈ, ਸ਼ਬਦ ਗੁਰੂ। ਸ਼ਬਦ ਗੁਰੂ ਸਾਨੂੰ ਕਿੱਥੇ ਨਹੀਂ ਮਿਲਦਾ। ਅਸੀਂ ਸਫ਼ਰ ਦੇ ਵਿੱਚ ਸਫ਼ਰ ਕਰੀਏ, ਪਰਮਾਤਮਾ ਨੂੰ ਆਰਾਧਦੇ ਹਾਂ। ਅਸੀਂ ਕਾਰੋਬਾਰ ਕਰੀਏ, ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰਦੇ ਹਾਂ। ਅਸੀਂ ਕੋਈ ਵੀ ਦੁਨੀਆ 'ਤੇ ਕੰਮ ਕਰਦੇ ਕਰਦੇ ਵਿਚਰਦੇ ਵਿਚਰਦੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਦੇ ਹਾਂ। ਸਾਡਾ ਜਿਹੜਾ ਪਿਆਰ ਹੈ, ਸਾਡਾ ਜਿਹੜਾ ਲਗਨ ਹੈ, ਸਾਡੀ ਜਿਹੜੀ ਮੁਹੱਬਤ ਹੈ, ਸਾਡਾ ਜਿਹੜਾ ਸਨੇਹ ਹੈ, ਉਸ ਸ਼ਬਦ ਨਾਲ ਬਣ ਜਾਵੇ। ਉਹ ਸਤ ਸਰੂਪ ਸਦਾ ਸਥਿਰ ਰਹਿਣ ਵਾਲਾ। ਦੇਹ ਦੇ ਵਿੱਚ ਅਸੀਂ ਹਰ ਜਗ੍ਹਾ 'ਤੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਅੱਜ ਅਸੀਂ ਇੱਥੇ ਹਾਂ, ਦੇਹ ਕਰਕੇ ਗੁਰੂ ਕਿਤੇ ਹੋਰ ਹੋਵੇਗਾ। ਅਤੇ ਸਾਨੂੰ ਤਾਂ ਏਡਾ ਵੱਡਾ ਖਜ਼ਾਨਾ ਮਿਲ ਪਿਆ ਕਿ ਅਸੀਂ ਜਿੱਥੇ ਵੀ ਮਰਜ਼ੀ ਦੁਨੀਆ ਦੇ ਕੋਨੇ 'ਤੇ ਚਲੇ ਜਾਈਏ, ਸੰਸਾਰ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ, ਸੰਸਾਰ ਦੇ ਕਿਸੇ ਪਾਸੇ ਵੀ ਚਲੇ ਜਾਈਏ, ਅਸੀਂ ਜਿੱਥੇ ਵੀ ਜਾਵਾਂਗੇ ਉਹ ਸਾਡਾ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਾਡੇ ਕੋਲ ਹੈ, ਹਰ ਵਕਤ ਕੋਲ ਹੈ, ਹਰ ਘੜੀ ਹਰ ਪਲ ਕੋਲ ਹੈ। ਪਰ ਲੋੜ ਹੈ ਇਸ ਨੂੰ ਵਾਚਣ ਦੀ, ਲੋੜ ਹੈ ਇਸ ਨੂੰ ਸਮਝਣ ਦੀ, ਲੋੜ ਹੈ ਇਸ ਨੂੰ ਹਿਰਦੇ 'ਚ ਵਸਾਉਣ ਦੀ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸਾਨੂੰ ਸ਼ਬਦ ਦੀ ਸੋਝੀ ਨਾ ਆਈ, ਸ਼ਬਦ ਦੀ ਵਿਚਾਰ ਸਾਡੇ ਸਮਝ 'ਚ ਨਾ ਪਈ, ਅਸੀਂ ਗੁਰਬਾਣੀ ਦੇ ਭੇਦ ਨੂੰ ਨਾ ਸਮਝ ਸਕੇ, ਗੱਲ ਨਹੀਂ ਬਣਨੀ। ਫਿਰ ਸਾਨੂੰ ਇਹ ਨਹੀਂ ਪਤਾ ਰਹਿਣਾ ਕਿ ਉਹ ਸਤ ਸਰੂਪ ਹੈ ਕੀ ਹੈ ਅਤੇ ਹਿਰਦੇ ਵਿੱਚ ਮੰਨਣਾ ਕਿਵੇਂ ਹੈ, ਹਿਰਦੇ ਵਿੱਚ ਉਹਦਾ ਆਨੰਦ ਕਿਸ ਤਰ੍ਹਾਂ ਲੈਣਾ। ਦੇਖੋ ਨਾ, ਜਿਹੜੀ ਚੀਜ਼ ਬਾਰੇ ਗਿਆਨ ਨਾ ਹੋਵੇ ਉਹਦੇ ਬਾਰੇ ਪਤਾ ਹੀ ਨਹੀਂ ਚੱਲਦਾ। ਰੱਬ ਨੇ ਹਰ ਸਰੀਰ ਦੇ ਅੰਗ ਦਿੱਤੇ ਨੇ। ਮੈਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਪ ਜੀ ਨਾਲ ਸਾਂਝੇ ਕਰਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਫੇ ਬਿਨ ਲੋਚੀ ਹੈ ਬਲੋਚੀ ਹੈ ਨਾ ਰੂਪ ਰੰਗ, ਸਰਵਨ ਵਿਹੂਨ ਰਾਗ ਨਾਗ ਨਾ ਸੁਨੀਜੀ ਹੈ। ਅੱਖਾਂ ਤੋਂ ਬਗੈਰ ਸੰਸਾਰ ਨਹੀਂ ਵੇਖਿਆ ਜਾਂਦਾ, ਸੰਸਾਰ ਦਾ ਰੂਪ ਰੰਗ ਨਹੀਂ ਵੇਖਿਆ ਜਾਂਦਾ। ਅੱਖਾਂ ਦਿੱਤੀਆਂ ਰੱਬ ਨੇ। ਪੁੱਛ ਕੇ ਦੇਖੋ ਜਿਨ੍ਹਾਂ ਕੋਲ ਨਹੀਂ, ਜਿਹੜੇ ਨੇਤਰਹੀਨ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਅੱਖਾਂ ਦੀ ਕੀਮਤ। ਸਾਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ, ਅਸੀਂ ਸੰਸਾਰ ਦੇਖ ਰਹੇ ਹਾਂ। ਜੈਸੇ ਬਿਨ ਲੋਚੀ ਹੈ ਬਲੋਚੀ ਹੈ ਨਾ ਰੂਪ ਰੰਗ, ਸੰਸਾਰ ਦੇ ਰੂਪ ਰੰਗ ਨਹੀਂ ਵੇਖੇ ਜਾਂਦੇ। ਦੂਸਰੀ ਉਦਾਹਰਨ 'ਚ ਭਾਈ ਸਾਹਿਬ ਕਹਿੰਦੇ, ਸਰਵਨ ਵਿਹੂਨ ਰਾਗ ਨਾਗ ਨਾ ਸੁਨੀਜੀ ਹੈ। ਸਰਵਨ ਵਿਹੂਨ, ਕੰਨਾਂ ਤੋਂ ਬਗੈਰ ਰਾਗ ਨਾਦ ਨਹੀਂ ਸੁਣਿਆ ਜਾਂਦਾ। ਪਰਮਾਤਮਾ ਨੇ ਕੰਨ ਦਿੱਤੇ ਨੇ, ਰਾਗ ਨਾਦ, ਦੁਨੀਆਦਾਰੀ ਦੀਆਂ ਗੱਲਾਂ, ਦੁਨੀਆਦਾਰੀ ਦੇ ਵਿਚਾਰ
जो भी ਗਿਆਨ ਦੀ ਗੱਲ ਹੈ ਉਹ ਕੰਨਾਂ ਰਾਹੀਂ ਸਮਝ ਪੈਂਦੀ ਹੈ। ਰੱਬ ਨੇ ਕੰਨ ਦਿੱਤੇ ਨੇ ਤੇ ਕੰਨਾਂ ਤੋਂ ਬਗੈਰ ਕੁਝ ਨਹੀਂ ਸੁਣਿਆ ਜਾਂਦਾ ਦੁਨੀਆ ਦਾ। ਸਰਵਨ ਵਿਹੂਨ ਰਾਗ ਨਾਗ ਨਾ ਸੁਣੀਜੀ ਹੈ, ਜੈਫੇ ਬਿਨ ਜਿਹਬਾ ਨਾ ਬਚਨ ਉਚਰੈ ਕਰ। ਹੁਣ ਜੀਭ ਤੋਂ ਬਗੈਰ ਬੋਲਿਆ ਹੀ ਨਹੀਂ ਜਾਣਾ। ਅੱਖਾਂ ਸੰਸਾਰ ਵਾਸਤੇ ਵੇਖਣ ਵਾਸਤੇ ਦਿੱਤੀਆਂ ਨੇ ਰੱਬ ਨੇ, ਕੰਨ ਉਸ ਰਾਗ ਨਾਦ ਸੁਣਨ ਵਾਸਤੇ, ਦੁਨੀਆ ਦੇ ਵਿਚਾਰ ਸੁਣਨ ਵਾਸਤੇ ਦਿੱਤੇ ਨੇ, ਤੇ ਜਿਹਬਾ ਜੋ ਅਸੀਂ ਬੋਲ ਰਹੇ ਹਾਂ ਉਹ ਜੇਬਾ ਦਿੱਤੀ ਹੈ ਰੱਬ ਨੇ। ਔਰ ਦੁਨੀਆ ਦੇ ਉੱਤੇ ਜਿਨ੍ਹਾਂ ਕੋਲ ਬੋਲਿਆ ਨਹੀਂ ਜਾਂਦਾ, ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ 'ਚ ਗੂੰਗੇ ਕਹਿੰਦੇ ਹਾਂ, ਉਹ ਸੰਸਾਰ 'ਚ ਕਿਸੇ ਨਾਲ ਜੁੜ ਨਹੀਂ ਸਕਦੇ, ਕਿਉਂਕਿ ਉਹਨਾਂ ਕੋਲ ਬੋਲਣ ਦੀ ਸ਼ਕਤੀ ਨਹੀਂ। ਜੈਫੇ ਬਿਨ ਜਿਹਬਾ ਨਾ ਬਚਨ ਉਚਰੈ ਕਰ, ਨਾਸਕਾ ਵਿਹੂਨ ਬਾਸ ਬਾਸਨਾ ਨਾ ਲੀਜੀ ਹੈ। ਹੁਣ ਰੱਬ ਨੇ ਨਾਸਕਾ ਦਿੱਤੀ ਹੈ, ਗੰਦੀ ਤੇ ਸੁਰਗੰਧੀ ਦੁਰਗੰਧੀ ਇਹੋ ਹੀ ਸੁੰਘਦੀ ਹੈ। ਅੱਖਾਂ ਵੇਖਣ ਨੂੰ ਦਿੱਤੀਆਂ, ਕੰਨ ਸੁਣਨ ਨੂੰ ਦਿੱਤੇ ਨੇ, ਜੀਭਾ ਬੋਲਣ ਨੂੰ ਦਿੱਤੀ ਹੈ, ਆ ਨਾਸਕਾ ਦਿੱਤੀ ਹੈ। ਕਿੱਥੇ ਸੁਗੰਧ ਹੈ, ਕਿੱਥੇ ਦੁਰਗੰਧ ਹੈ, ਕਿੱਥੇ ਕੀ ਚੀਜ਼ ਹੈ, ਇਹ ਸੁੰਘ ਕੇ ਦੱਸ ਦਿੰਦੀ ਹੈ। ਅਸੀਂ ਕਹਿੰਦੇ ਅਸੀਂ ਇਸ ਰਸਤੇ ਨਹੀਂ ਲੰਘਣਾ, ਦੁਰਗੰਧੀ ਹੈ। ਫੁੱਲ ਸੁੰਦਰ ਹੈ, ਸੁਗੰਧਤ ਤੋਂ ਦੱਸ ਦਿੰਦੇ ਆ ਕਿਹੜਾ ਫੁੱਲ ਹੈ, ਸੁਗੰਧੀ ਦੱਸ ਦਿੰਦੀ ਹੈ, ਕਿਉਂਕਿ ਨਾਸਕਾ ਤੋਂ ਵਿਹੂਨ ਬਾਸ ਬਾਸਨਾ ਨਾ ਲੀਜੀ ਹੈ। ਜੈਸੇ ਬਿਨ ਕਰਤ ਕਰਮ ਨਾ ਕਰੈ ਕਰ, ਚਰਨ ਵਿਹੂਨ ਕੌਣ ਭੌਣ ਗਤ ਕੀਜੀ ਹੈ। ਚਰਨਾਂ ਤੋਂ ਬਿਨਾਂ, ਪੈਰਾਂ ਤੋਂ ਬਗੈਰ ਕਿਤੇ ਤੁਰ ਕੇ ਜਾਇਆ ਨਹੀਂ ਜਾ ਸਕਦਾ, ਇਹ ਪੈਰਾਂ ਕਰਕੇ ਤੋਰਿਆ ਜਾ ਸਕਦਾ। ਸਭ ਤੋਂ ਚੌਥੀ ਉਦਾਹਰਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹ। ਤੁਹਾਡਾ ਕੀ ਖਿਆਲ ਹੈ ਵੀ ਜਿਹੜਾ ਸਰੀਰ ਮਿਲਿਆ, ਇਹ ਬਸਤਰ ਪਹਿਨਣ ਨੂੰ ਮਿਲੇ ਨੇ, ਖਾਣ ਨੂੰ ਰੋਟੀ ਮਿਲੀ ਹੈ, ਇਹੋ ਹੀ ਸਰੀਰ ਹੈ, ਇਹੋ ਇੱਕ ਪੂਰਤੀ ਹੈ ਵੀ ਸਵੇਰੇ ਉੱਠ ਕੇ ਖਾ ਲਿਆ, ਬਸਤਰ ਪਹਿਨ ਲਏ, ਤਿਆਰ ਹੋ ਗਏ, ਚਲੇ ਗਏ, ਇੰਨਾ ਹੀ ਕੰਮ ਹੈ? ਨਹੀਂ। ਭਾਈ ਸਾਹਿਬ ਜੀ ਨੇ ਬੜੇ ਬਾਕਮਾਲ ਉਦਾਹਰਨਾਂ ਦੇ ਕੇ ਸਮਝਾਤਾ। ਕਹਿੰਦੇ ਨਹੀਂ, ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹ, ਬਿਨ ਗੁਰ ਪ੍ਰੇਮ ਨਾ, ਬਿਨ ਗੁਰ ਪ੍ਰੇਮ, ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀ ਆ। ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀ ਹੈ। ਜੇ ਪ੍ਰੇਮ ਲੈਣਾ ਨਾ, ਉਹ ਪਰਮਾਤਮਾ ਦੇ ਗੁਰੂ ਦੇ ਸ਼ਬਦ 'ਚੋਂ ਰਸ ਮਿਲਣਾ ਜਦੋਂ ਵਿਚਾਰੇਗਾ, ਉਹ ਅਕਾਲ ਪੁਰਖ ਪਰਮਾਤਮਾ 'ਚੋਂ ਰਸ ਮਿਲਣਾ। ਅਸੀਂ ਇੱਥੇ ਬੈਠੇ ਹਾਂ ਸਤਿਗੁਰੂ ਜੀ ਦੀ ਗੋਦ 'ਚ, ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ, ਅੰਤਰ ਗੁਰ ਆਰਾਧਨਾ, ਭਾਵ ਅੰਤਰ ਆਤਮੇ ਨਾਲ ਪਰਮਾਤਮਾ ਦੀ ਇਬਾਦਤ ਕਰ। ਦੇਖਿਆ ਨਾ ਇੱਥੋਂ ਦਾ ਮਾਹੌਲ, ਇੱਥੋਂ ਦੀ ਸੁਸਾਇਟੀ ਐਟੋਮੈਟਿਕਲੀ, ਭਾਵੇਂ ਉਹ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਭਾਵੇਂ ਕਥਾ ਹੋ ਰਹੀ ਹੈ, ਭਾਵੇਂ ਤੁਸੀਂ ਆਪ ਬੈਠ ਕੇ ਸਿਮਰਨ ਕਰਦੇ ਹੋ, ਇਹ ਅੰਤਰ ਪਰਮਾਤਮਾ ਦੇ ਨਾਲ ਜੁੜਿਆ, ਉਹ ਵਾਈਬ੍ਰੇਸ਼ਨ ਜਿਹੜੀ ਪਰਮਾਤਮਾ ਨਾਲ ਹੈ। ਤੇ ਇਕੱਲੀ ਉਹ ਹੀ ਜੁੜੀ ਨਹੀਂ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਜਦੋਂ ਪਰਮਾਤਮਾ ਨਾਲ ਅੰਤਰ ਆਤਮਾ ਜੁੜਦੀ ਹੈ ਤੇ ਫਿਰ ਜਿਹਵਾ ਪਰਮਾਤਮਾ ਦਾ ਨਾਮ ਜਪਦੀ ਹੈ, ਫਿਰ ਮੁੱਖ ਚੋਂ ਵਾਹਿਗੁਰੂ 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 ਉਚਰਦਾ ਮਨੁੱਖ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ। ਹੁਣ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਵੀ ਕਰ ਰਹੇ ਹਾਂ, ਅੱਖਾਂ ਦੇ ਨਾਲ ਅਕਾਲ ਪੁਰਖ ਪਰਮਾਤਮਾ ਨੂੰ ਵੀ ਵੇਖ ਰਹੇ ਹਾਂ। ਹੁਣ ਕੀ ਡਿਆ, ਅੰਤਰ ਆਤਮਾ ਪਰਮਾਤਮਾ ਨਾਲ ਜੁੜਿਆ, ਨੇਤਰਾਂ ਨਾਲ ਵਾਹਿਗੁਰੂ ਦੇ ਦਰਸ਼ਨ ਕਰ ਰਹੇ ਹਾਂ। ਨੇਤਰਾਂ ਨਾਲ ਇਕੱਲੇ ਦਰਸ਼ਨ ਹੀ ਨਹੀਂ ਕਰ ਰਹੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਰਵਣਾ ਦੇ ਨਾਲ, ਕੰਨਾਂ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਵੀ ਸਰਵਣ ਕਰ ਰਹੇ ਹਾਂ। ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰਤਿਆ, ਦਰਗਹਿ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮੈਂ ਉੱਤਮ ਕੱਢੀਏ ਵਿਰਲੇ ਕੀ। ਇੰਨੀਆਂ ਬਖਸ਼ਿਸ਼ਾਂ ਰੱਬ ਦੇ ਦਰ ਤੇ ਬੈਠਿਆਂ, ਸਤ ਸੰਗਤ ਬੈਠਿਆਂ ਮਿਲ ਰਹੀਆਂ, ਕਿਉਂਕਿ ਸ਼ਬਦ ਦੀ ਗੱਲ ਹੋ ਰਹੀ ਹੈ, ਕਿਸੇ ਦੀ ਪਰਸਨਲ ਗੱਲ ਨਹੀਂ ਹੋ ਰਹੀ। ਭਾਵ ਸ਼ਬਦ ਨਾਲ ਜੁੜੇ ਆ, ਸ਼ਬਦ ਦਾ ਭਾਵ ਉਸ ਅਕਾਲ ਪੁਰਖ ਪਰਮਾਤਮਾ ਨਾਲ, ਤੇ ਸ਼ਬਦ ਸਦਾ ਸਥਿਰ ਰਹਿਣ ਵਾਲਾ।
ਇੱਥੇ ਨੇਤਰਾਂ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਹੋ ਰਹੇ ਨੇ। ਤੇ ਰੱਬ ਨੇ ਜਿਹੜੇ ਨੇਤਰ ਦਿੱਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਾਣੀ ਦੇ ਬਚਨ ਹੈ, ਗੁਰੂ ਅਮਰਦਾਸ ਮਹਾਰਾਜ ਦੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ। ਹੁਣ ਸੰਸਾਰ ਦੇ ਵਿੱਚ ਇਹ ਵਿਸ ਸੰਸਾਰ ਤੁਮ ਜੋ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਅੱਖਾਂ ਪਰਮਾਤਮਾ ਨੇ ਜੋਤ ਤੇ ਰੱਬ ਨੇ ਧਰੀ ਹੈ ਨਾ। ਔਰ ਦੁਨੀਆ ਦੀ ਗੱਲ ਹੈ, ਆਏ ਡਾਕਟਰ ਅੱਖਾਂ ਦੇ ਸਪੈਸ਼ਲਿਸਟ ਨੇ, ਪਰ ਜਿੰਨੇ ਮਰਜ਼ੀ ਉਹਨਾਂ ਨੇ ਵੱਡੇ ਕੋਰਸ ਕੀਤੇ ਨੇ, ਜਦੋਂ ਜੋਤ ਚਲੇ ਜਾਂਦੀ ਹੈ ਫਿਰ ਡਾਕਟਰ ਕੋਈ ਵੀ ਅੱਖ ਠੀਕ ਨਹੀਂ ਕਰ ਸਕਦਾ, ਕਿਉਂਕਿ ਜੋਤ ਪਰਮਾਤਮਾ ਨੇ ਧਰੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਜਿਹੜੀ ਜੋਤ ਹੈ ਉਹ ਪਰਮਾਤਮਾ ਨੇ ਧਰੀ ਹੈ। ਪਰਮਾਤਮਾ ਨੇ ਕਿਉਂ ਧਰੀ ਹੈ ਕਿ ਤੂੰ ਇਹਨਾਂ ਅੱਖਾਂ ਰਾਹੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਤੱਕ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਲਿਖੇ ਨੇ। ਉਹਨਾਂ ਕਿਹਾ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਤੁਸੀਂ ਵੇਖਣ ਵਾਸਤੇ ਹੋ, ਵੇਖੋ ਸੰਸਾਰ ਦੇ ਰੂਪ ਰੰਗ, ਵੇਖੋ ਸੰਸਾਰ ਨੂੰ ਦੇਖੋ। ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਨਹੀਂ ਤੱਕੋ, ਤੁਸੀਂ ਰਜ ਰਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇੱਕ ਗੱਲ ਚੇਤੇ ਰੱਖਿਓ, ਮੈਲੀ ਮੂਲ ਨਾ ਹੋਇਓ ਜੇ, ਇਸ ਦਾਤੇ ਦੇ ਅੰਮ੍ਰਿਤ ਦੇ ਵਿੱਚ ਤੁਸੀਂ ਜ਼ਹਿਰ ਘੋਲ ਵੀ ਫੱਕੋ ਨਾ। ਇਹਦੇ ਰਾਹੀਂ ਜ਼ਹਿਰ ਨਾ ਅੰਦਰ ਖੜਿਓ। ਜ਼ਰੂਰੀ ਨਹੀਂ ਕਿ ਜਿਹੜਾ ਅਸੀਂ ਜ਼ੁਬਾਨ ਦਾ ਰਸ ਰਾਹੀਂ ਦੁਨੀਆ ਦੇ ਰਸ ਲੈ ਰਹੇ ਹਾਂ, ਖਾਣ ਪੀਣ ਦੇ ਰਸ ਲੈ ਰਹੇ ਹਾਂ, ਖਾਣ ਪੀਣ 'ਚ ਖਫਚਤ ਹੋ ਗਏ ਹਾਂ, ਕਿ ਇਹ ਹੀ ਰਸ ਨੇ। ਬਹੁਤ ਮਨੁੱਖ ਦੇ ਰਸ ਨੇ ਜਿਹੜੇ ਅੱਖਾਂ ਰਾਹੀਂ ਪ੍ਰਾਪਤ ਕਰ ਰਹੇ, ਬਹੁਤ ਸਾਰੇ ਰਸ ਨੇ ਜਿਹੜੇ ਕੰਨਾਂ ਰਾਹੀਂ ਅੰਦਰ ਜਾ ਰਹੇ ਨੇ, ਪਹਿਨਣ ਰਾਹੀਂ ਜਾ ਰਹੇ ਨੇ, ਦੁਨੀਆ 'ਚ ਵਿਚਰਦਿਆਂ ਹੋਇਆਂ। ਹਰੇਕ ਚੀਜ਼ ਦਾ ਰਸ ਹੈ। ਗੱਲ ਸਰਵਣਾ ਦੀ ਹੈ, ਸਰਵਣੀ ਸੁਣਨਾ ਗੁਰ ਨਾਉ, ਸਰਵਣਾ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਸੁਣਨੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਰਵਣੋ ਮੇਰਿਓ ਸਾਚਾ ਸੁਣਨਿਆਂ ਨੂੰ ਪਠਾਏ, ਸਾਚਾ ਸੁਣਨਿਆਂ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਹਿਣ ਲੱਗੇ ਜੇ ਸੁਣਨੀ ਹੈ ਤਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਸੁਣ, ਬਾਣੀ ਸੁਣ। ਪਰ ਖੈਰ ਦੁਖਦਾਈ ਗੱਲ ਇਹ ਹੈ ਕਿ ਗੁਰਬਾਣੀ ਜ਼ਿਆਦਾ ਚਿਰ ਸੁਣੀ ਨਹੀਂ ਜਾਂਦੀ, ਮਨ ਲਾ ਕੇ ਸੁਣੀ ਨਹੀਂ ਜਾਂਦੀ। ਕੋਈ ਕਿਸੇ ਦੀ ਗੱਲ ਦੱਸੇ ਜਿੱਡੀ ਗੌਰ ਨਾਲ ਬੰਦਾ ਉਹ ਸੁਣਦਾ, ਏਡੀ ਗੌਰ ਨਾਲ ਬੰਦਾ ਕੀਰਤਨ ਨਹੀਂ ਸੁਣਦਾ, ਕਥਾ ਨਹੀਂ ਸੁਣਦਾ। ਕੋਈ ਸਾਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਮਿਲ ਜਾਵੇ, ਮੰਨ ਲਓ ਕਿਸੇ ਦੀ ਗੱਲ ਕਰਨ ਲੱਗਾ ਤੁਹਾਡੇ ਨਾਲ, ਅਸੀਂ ਬੜੇ ਗੌਰ ਨਾਲ ਸੁਣਦੇ ਹਾਂ, ਕਿਉਂਕਿ ਸਾਨੂੰ ਸਾਡੇ ਕੰਨ ਦਾ ਰਸ ਹੈ। ਮਨੁੱਖ ਕੰਨ ਦੇ ਰਸ ਦੇ ਵਿੱਚ ਪਿਆ ਆਪਣੀ ਉਸਤਤ ਸੁਣਦਾ, ਆਪਣੀ ਬਦਨਾਮੀ ਤੇ ਨਹੀਂ ਸੁਣਦਾ। ਔਰ ਮੇਰੇ ਮੂੰਹ ਤੇ ਕੋਈ ਮੇਰੀ ਸਿਫਤ ਨਾ ਕਰੇ, ਕਿਸੇ ਦੀ ਕਰੇ, ਮੇਰੇ ਕੋਲ ਵੀ ਨਹੀਂ ਸੁਣੀ ਜਾਣੀ, ਕਿਉਂਕਿ ਇਹ ਮੇਰੇ ਕੰਨਾਂ ਦਾ ਰਸ ਹੈ। ਕੋਈ ਮੇਰੇ ਸਿਫਤ ਕਰੇ, ਮੇਰੇ ਮੂੰਹ ਤੇ ਮੇਰੀ ਵਡਿਆਈ ਕਰੇ, ਮੇਰੀ ਸੋਭਾ ਕਰੇ, ਮੈਨੂੰ ਪਿਆਰੀ ਲੱਗਦੀ ਹੈ। ਮੇਰੇ ਮੂੰਹ ਤੇ ਕਿਸੇ ਦੀ ਸੋਭਾ ਕਰੇ, ਕਿਸੇ ਦੀ ਵਡਿਆਈ ਕਰੇ, ਮੈਨੂੰ ਚੰਗੀ ਨਹੀਂ ਲੱਗਦੀ। ਔਰ ਜਿੰਨਾ ਲੋਕ ਨਿੰਦਿਆ ਨੂੰ, ਚੁਗਲੀ ਨੂੰ ਧਿਆਨ ਨਾਲ ਸੁਣਦੇ ਨੇ, ਰੱਬ ਦੀ ਇਬਾਦਤ ਨੂੰ ਨਹੀਂ ਸੁਣਦੇ। ਔਰ ਇਹ ਗੱਲ ਜ਼ਰੂਰੀ ਹੈ ਕਿ ਇਕੱਲਾ ਚੁਗਲੀ ਕਰਨ ਵਾਲਾ ਹੀ ਉਸ ਗੱਲ ਦਾ ਭਾਗੀਦਾਰ ਨਹੀਂ, ਸੁਣਨ ਵਾਲਾ ਵੀ ਓਨਾ ਹੈ, ਓਨਾ ਹੀ ਹੱਕਦਾਰ ਹੈ। ਕਿਸੇ ਨੇ ਕਿਹਾ ਸੀ ਨਾ ਕਿ ਮੈਂ ਤੈਨੂੰ ਗੱਲ ਦੱਸਣ ਲੱਗਾ, ਗਾਹ ਨਾ ਗੱਲ ਕਰੀ। ਉਹ ਕਹਿੰਦਾ ਜੇ ਤੇਰੇ ਢਿੱਡ 'ਚ ਨਹੀਂ ਰਹਿਣੀ ਤੇ ਮੇਰੇ 'ਚ ਕਿੱਥੋਂ ਰਹਿਣੀ। ਜੇ ਤੂੰ ਇਸ ਗੱਲ ਦਾ ਭਾਰ ਨਹੀਂ ਚੁੱਕ ਸਕਦਾ ਤੇ ਮੇਰੇ ਕੋਲ ਕਿੱਥੋਂ ਚੁੱਕਿਆ ਜਾਣਾ। ਜਿਹੜਾ ਇਹ ਗੱਲ ਕਰਦਾ ਹੈ ਨਾ ਵੀ ਮੈਂ ਗੱਲ ਕਰ ਲਗਾ ਤੁਹਾਡੇ ਨਾਲ, ਤੁਸੀਂ ਅੱਗੇ ਨਾ ਕਰਿਓ, ਮੰਨ ਲਓ ਕਿ ਉਹਨੇ ਪਹਿਲਾਂ ਕੀਤੀਆਂ ਨੇ। ਇਹ ਸਾਡੇ ਕੰਨਾਂ ਦਾ ਰਸ ਹੈ। ਪਰ ਸਭ ਕੁਝ ਮਿਟਾਉਣ ਵਾਸਤੇ ਜਦੋਂ ਪਰਮਾਤਮਾ ਦੇ ਰਸ ਨੂੰ ਚੱਸ ਲਈਏ ਨਾ, ਪਰਮਾਤਮਾ ਦੇ ਸ਼ਬਦ ਨੂੰ, ਪ੍ਰੇਮ ਦਾ ਰਸ ਲੈ ਲਈਏ, ਜਦੋਂ ਉਸ ਇਬਾਦਤ ਨਾਲ ਜੁੜੀਏ ਵੀ ਸਤ ਸਰੂਪ ਹਿਰਦੈ ਜਿਨ ਮਾਨਿਆ, ਜਿਹਨੇ ਸਤ ਸਰੂਪ ਨੂੰ ਹਿਰਦੇ ਦੇ ਵਿੱਚ ਮੰਨ ਲਿਆ, ਫਿਰ ਉਹਦੀ ਮਹਿਮਾ ਕੀ ਹੈ, ਉਹਦੀ ਵਡਿਆਈ ਕੀ ਹੈ ਕਿ ਉਹ ਦੁਨੀਆ ਦੇ ਰਸਾਂ ਤੋਂ ਬਿਲਕੁਲ ਨਿਰਲੇਪ ਹੋ ਚੁੱਕਾ ਹੈ। ਉਹ ਦੁਨੀਆ ਦੇ ਨਾਲ ਉਹਦੀ ਕੋਈ ਦਾਅਵੇਦਾਰੀ ਨਹੀਂ। ਉਹਦੇ ਵਾਸਤੇ ਫਿਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ, ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਉਹਦੇ ਵਾਸਤੇ ਸੁੱਖ ਨਾਲ ਬਹੁਤਾ ਮੋਹ ਨਹੀਂ, ਦੁੱਖ 'ਚ ਬਹੁਤੀ ਤਕਲੀਫ ਨਹੀਂ। ਉਹਦੇ ਵਾਸਤੇ ਸੋਨਾ ਕੋਈ ਬਹੁਤੀ ਅਹਿਮੀਅਤ ਨਹੀਂ ਤੇ ਮਿੱਟੀ ਕੋਈ ਬਿਲਕੁਲ ਘਟੀਆ ਗੱਲ ਨਹੀਂ,
ਜਿਹੋ ਜਿਹਾ ਉਹਦੇ ਸਾਹਮਣੇ ਸੋਨਾ ਉਹੋ ਜਿਹਾ ਉਹਦੇ ਸਾਹਮਣੇ ਮਿੱਟੀ ਆ। ਉਹ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰ ਮੰਨ ਰਿਹਾ, ਕੰਚਨ ਮਾਟੀ ਮਨ ਹੈ। ਉਹਦਾ ਜੀਵਨ ਹਰਖ ਸੋਗ ਤੇ ਰਹਿ ਨਿਆਰੋ। ਉਹ ਹਰਖ ਤੋਂ, ਸੋਗ ਤੋਂ, ਖੁਸ਼ੀ ਤੋਂ, ਗਮੀ ਤੋਂ ਨਿਆਰਾ ਹੋ ਗਿਆ। ਹਰਖ ਸੋਗ ਤੋਂ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਉਹਨੂੰ ਮਾਨ ਦੇ ਨਾਲ, ਸਨਮਾਨ ਦੇ ਨਾਲ, ਅਪਮਾਨ ਦੇ ਨਾਲ ਕੋਈ ਮੁਤਲਕ ਨਹੀਂ। ਉਹਨੇ ਉਸਤਤ ਨਿੰਦਾ ਦੋ ਤਿਆਗੈ। ਉਹਨੂੰ ਇਹ ਨਹੀਂ ਕਿ ਮੇਰੀ ਉਸਤਤ ਹੋਣ ਰਹੀ ਹੈ ਤੇ ਮੈਂ ਖੁਸ਼ ਹਾਂ, ਮੇਰੀ ਨਿੰਦਿਆ ਹੋ ਰਹੀ ਹੈ ਤੇ ਮੈਂ ਦੁਖੀ ਹਾਂ। ਨਹੀਂ, ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਗਿਆ। ਉਹ ਇਹਨਾਂ ਚੀਜ਼ਾਂ ਤੋਂ ਦੂਰੀ ਬਣਾ ਗਿਆ। ਉਹਨੇ ਉਸਤਤ ਦੇ ਵਿੱਚ ਵੀ ਤੇ ਨਿੰਦਾ ਦੇ ਵਿੱਚ ਵੀ ਉਹਨੂੰ ਕੋਈ ਮੁਤਲਕ ਨਹੀਂ। ਅੱਜ ਅਸੀਂ ਉਸਤਤ ਸੁਣ ਕੇ ਖੁਸ਼ ਹਾਂ, ਨਿੰਦਿਆ ਸੁਣ ਕੇ ਆਪਣੀ ਨਹੀਂ ਖੁਸ਼। ਪਰ ਉਹਦਾ ਜੀਵਨ ਜਿਹਨੇ ਸਤ ਸਰੂਪ ਹਿਰਦੈ ਜਿਨ ਮਾਨਿਆ, ਉਹ ਕਿਸੇ ਦੀ ਨਿੰਦਿਆ ਦੇ ਵਿੱਚ, ਕਿਸੇ ਦੀ ਚੁਗਲੀ ਦੇ ਵਿੱਚ, ਕਿਸੇ ਦੀ ਈਰਖਾ ਦੇ ਵਿੱਚ, ਕਿਸੇ ਦੀ ਦਵੈਸ਼ਤਾ ਦੇ ਵਿੱਚ, ਕਿਸੇ ਮਾਨ ਵਿੱਚ, ਕਿਸੇ ਸਨਮਾਨ ਵਿੱਚ, ਕਿਸੇ ਖੁਸ਼ੀ ਵਿੱਚ, ਕਿਸੇ ਗਮੀ ਵਿੱਚ ਨਿਰਲੇਪ ਹੈ। ਉਹਦੇ ਅੰਦਰ ਕੀ ਹੈ? ਉਹਦੇ ਅੰਦਰ ਰੱਬ ਦਾ ਭਰੋਸਾ ਹੈ। ਉਹਦੇ ਅੰਦਰ ਰੱਬ ਦਾ ਯਕੀਨ ਹੈ। ਉਹਦੇ ਅੰਦਰ ਰੱਬ ਦਾ ਵਿਸ਼ਵਾਸ ਹੈ, ਦ੍ਰਿੜ ਕਰਕੇ ਭਰਿਆ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਮੂਲ ਦਾ ਭਾਵ ਮੁੱਢ। ਉਹਨੇ ਮੁੱਢ ਨੂੰ ਪਛਾਣ ਲਿਆ, ਮੁੱਢ ਨਾਲ ਜੁੜ ਗਿਆ। ਟਹਿਣਿਆਂ ਨਾਲ ਨਹੀਂ ਜੁੜਿਆ, ਪੱਤਿਆਂ ਨਾਲ ਨਹੀਂ ਜੁੜਿਆ। ਜਦੋਂ ਜਿਹੜਾ ਮਨੁੱਖ ਟਹਿਣਿਆਂ ਨਾਲ, ਪੱਤਿਆਂ ਨਾਲ, ਤਣਿਆਂ ਨਾਲ ਜੁੜ ਜਾਂਦਾ ਹੈ, ਉਹ ਮਾਰ ਖਾਂਦਾ। ਜਦੋਂ ਜੜ ਨਾਲ ਜੁੜਾਂਗੇ ਨਾ, ਸੁਗੰਧੀ ਜੜ ਤੋਂ ਮਿਲਣੀ ਆ। ਬੇਸ਼ੱਕ ਉੱਪਰਲਾ ਤਣਾ ਮਾਣ ਕਰੇ ਕਿ ਮੇਰੇ ਕਰਕੇ ਹੈ, ਫਲ ਮਾਣ ਕਰੇ ਦਰਖਤ ਦਾ ਵੀ ਮੈਂ ਲੋਕਾਂ ਨੂੰ ਫਲ ਦੇ ਰਿਹਾ, ਫੁੱਲ ਮਾਲ ਕਰਨ ਵੀ ਅਸੀਂ ਸੁਗੰਧੀ ਦੇ ਰਹੇ ਹਾਂ। ਤੁਸੀਂ ਕਿਸ ਕਰਕੇ ਦੇ ਰਹੇ ਹੋ? ਕਿਉਂਕਿ ਤੁਹਾਡੀ ਜੜ ਜ਼ਮੀਨ ਦੇ ਵਿੱਚ ਹੈ। ਤੁਹਾਨੂੰ ਜ਼ਮੀਨ 'ਚੋਂ ਪਾਣੀ ਮਿਲ ਰਿਹਾ, ਖਾਦ ਮਿਲ ਰਹੀ ਹੈ, ਸਾਰੀ ਉਹਨੂੰ ਬਨਸਪਤੀ ਨੂੰ ਪਾਣੀ ਦੇ, ਜ਼ਮੀਨ ਦੇ ਵਿੱਚੋਂ ਸਾਰੀ ਤਾਕਤ ਮਿਲ ਰਹੀ ਹੈ। ਹੁਣ ਤੁਹਾਡੇ ਸਾਹਮਣੇ ਕਿੱਡਾ ਸੋਹਣਾ ਗਮਲਾ ਹੈ, ਕੀਮਤੀ ਹੈ, ਖਿੜੇ ਹੋਏ ਫੁੱਲ ਨੇ, ਪਰ ਜੜ ਨਹੀਂ ਨਾ ਧਰਤੀ 'ਚ, ਸੁਗੰਧੀ ਨਹੀਂ ਹੈ। ਵੇਖਣ ਨੂੰ ਸੋਹਣਾ। ਜਿਹੜਾ ਫੁੱਲ ਧਰਤੀ ਦੇ ਵਿੱਚ ਹੋਵੇਗਾ, ਜਿਹਦੀ ਜੜ ਜ਼ਮੀਨ 'ਚ ਹੋਵੇਗੀ, ਸੁਗੰਧੀ ਉਹਦੇ 'ਚ ਆਉਣੀ ਆ, ਉਹਨੇ ਸੁਗੰਧੀ ਦੇਣੀ ਆ। ਮੂਲ ਦਾ ਭਾਵ ਹੁੰਦਾ ਮੁੱਢ, ਜਿਹੜਾ ਆਪਣੇ ਮੁੱਢ ਨੂੰ ਪਛਾਣ ਲੈਂਦਾ ਹੈ, ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਵੱਧ ਜਾਂਦਾ ਹੈ। ਅਕਾਲ ਪੁਰਖ ਪਰਮਾਤਮਾ ਕੀ ਹਸਤੀ ਹੈ, ਉਹਦੀ ਹੋਂਦ ਕੀ ਹੈ, ਉਹ ਕਾਇਮ ਰਹਿਣ ਵਾਲਾ ਹੈ। ਦੁਨੀਆ ਤੇ ਸਾਰੀ ਕਾਇਨਾਤ ਤੇ ਪਸਾਰਾ ਉਹਦਾ ਹੈ। ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਾਨੂੰ ਆਪਣਾ ਫਿਕਰ ਹੈ, ਆਪਣੇ ਪਰਿਵਾਰ ਦਾ, ਆਪਣੇ ਆਪ ਦਾ, ਆਪਣੇ ਕਾਰੋਬਾਰ ਦਾ। ਪਰ ਅਕਾਲ ਪੁਰਖ ਪਰਮਾਤਮਾ ਨੂੰ ਸਾਰੀ ਕਾਇਨਾਤ ਦਾ, ਜੀਵ ਦਾ, ਜੰਤੂਆਂ ਦਾ, ਪਸ਼ੂਆਂ ਦਾ, ਪੰਛੀਆਂ ਦਾ। ਉਸ ਅਕਾਲ ਪੁਰਖ ਪਰਮਾਤਮਾ ਦੇ ਸਹਾਰਿਆਂ ਦਾ ਫਿਕਰ ਹੈ। ਤੇ ਕਹਿੰਦੇ ਵੀ ਜਿਹਨੇ ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਿਹਨੇ ਪਛਾਣ ਲਿਆ ਜਗਤ ਦੇ ਵਿੱਚ, ਜਿਹੜਾ ਮੂਲ ਨੂੰ ਪਛਾਣ ਗਿਆ ਵੀ ਕਰਨ ਕਰਾਉਣ ਵਾਲਾ ਜੀਵਾਂ ਪਾਸੋਂ ਸਾਰਾ ਜਗਤ ਦਾ ਮੂਲ ਉਹ ਅਕਾਲ ਪੁਰਖ ਪਰਮਾਤਮਾ ਹੈ, ਉਹ ਰੱਬ ਹੈ, ਉਹ ਵਾਹਿਗੁਰੂ ਹੈ। ਹੁਣ ਮੂਲ ਨੂੰ ਪਛਾਣਨਾ ਕਿੰਨੇ ਆ? ਇਹ ਵੀ ਤਾਂ ਗੱਲ ਹੈ ਨਾ। ਸਾਰੀ ਕਾਇਨਾਤ, ਸਾਰੇ ਜੀਵ ਮਨੁੱਖ ਮੂਲ ਨੂੰ ਨਹੀਂ ਪਛਾਣ ਸਕਦੇ, ਮੁੱਢ ਨੂੰ ਨਹੀਂ ਪਛਾਣ ਸਕਦੇ। ਮੁੱਢ ਨੂੰ ਪਛਾਣਨਾ ਤੇ ਗੱਲ ਵੱਖਰੀ। ਅਸੀਂ ਭੁੱਲਣਹਾਰ ਹਾਂ, ਭੁੱਲ ਜਾਂਦੇ ਹਾਂ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਹਦੇ ਹਿਰਦੇ ਵਿੱਚ ਇਹ ਵਿਸ਼ਵਾਸ ਵੱਜ ਗਿਆ, ਯਕੀਨ ਵੱਜ ਗਿਆ, ਭਰੋਸਾ ਵੱਜ ਗਿਆ। ਸਭ ਤੋਂ ਔਖਾ ਭਰੋਸਾ ਵੱਜਣਾ, ਭਰੋਸਾ ਨਹੀਂ। ਜੇ ਭਰੋਸਾ ਹੁੰਦਾ, ਜੇ ਯਕੀਨ ਹੁੰਦਾ, ਅਸੀਂ ਕਰਮ ਕਾਂਡਾਂ 'ਚ ਨਾ ਪੈਂਦੇ, ਅੰਧ ਵਿਸ਼ਵਾਸ 'ਚ ਨਾ ਪੈਂਦੇ, ਇਹ ਦਰ ਛੱਡ ਕੇ ਹੋਰ ਦਰ ਤੇ ਨਾ ਭਟਕਦੇ। ਪਰ ਜਿਨ੍ਹਾਂ ਨੂੰ ਵਿਸ਼ਵਾਸ ਸੀ, ਜਿਨ੍ਹਾਂ ਨੂੰ ਯਕੀਨ ਸੀ, ਜਿਨ੍ਹਾਂ ਨੂੰ ਭਰੋਸਾ ਸੀ, ਉਹਨਾਂ ਦੇ ਤੇ ਬੰਦ ਕੱਟੇ ਗਏ, ਉਹ ਨਹੀਂ ਘਬਰਾਏ। ਉਹਨਾਂ ਦੇ ਖੋਪਰ ਉਤਰਵਾਏ ਗਏ, ਉਹ ਨਹੀਂ ਘਬਰਾਏ। ਉਹਨਾਂ ਨੂੰ ਵਿਸ਼ਵਾਸ ਸੀ, ਜਿਨ੍ਹਾਂ ਦਾ ਤੁਸੀਂ ਜਿਗਰ ਅਰਦਾਸ ਕਰਦੇ ਹੋ
ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਤਰਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦਾ ਵਿਸ਼ਵਾਸ ਸੀ, ਉਹਨਾਂ ਦੇ ਹਿਰਦੇ ਵਿੱਚ ਯਕੀਨ ਸੀ, ਉਹਨਾਂ ਨੂੰ ਭਰੋਸਾ ਸੀ। ਸਾਡਾ ਭਰੋਸਾ ਤੇ ਨਾਰਮਲ ਦੁੱਖ ਆ ਜਾਵੇ ਟੁੱਟ ਜਾਂਦਾ, ਸਾਡਾ ਭਰੋਸਾ ਕੋਈ ਬਹੁਤਾ ਚਿਰ ਵੱਜਦਾ ਹੀ ਨਹੀਂ। ਸਾਡੇ ਭਰੋਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਅਸੀਂ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ 'ਚ ਕਿ ਇਸ ਸੰਸਾਰ ਦੇ ਵਿੱਚ ਕੋ ਬਤਾਨ ਕੋ ਪੂਜਤ ਹੈ, ਬਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸੀਂ ਤੇ ਬੁੱਤਾਂ ਨੂੰ ਰੱਬ ਕਹਿ ਕੇ ਪੂਜੀ ਜਾਣਦੇ ਹਾਂ, ਮੁਰਦਿਆਂ ਨੂੰ ਰੱਬ ਕਹਿ ਕੇ ਪੂਜੀ ਜਾਣਦੇ ਹਾਂ। ਰੱਬ ਕਿੱਥੇ ਹੈ, ਇਸ ਗੱਲ ਦਾ ਭੇਦ ਸਾਨੂੰ ਨਹੀਂ। ਕੂਰ ਕਿਰਿਆ ਉਰਜੋ ਸਭ ਹੀ ਜਗ, ਇਸ ਸੰਸਾਰ ਦੀ ਕੂੜ ਦੀ ਉਲਝਣਾ ਵਿੱਚ ਸੰਸਾਰ ਉਲਝਿਆ ਪਿਆ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਰੱਬ ਕਿੱਥੇ ਹੈ, ਇਸ ਗੱਲ ਦਾ ਭੇਦ ਬਿਲਕੁਲ ਨਹੀਂ, ਇਸ ਗੱਲ ਦੀ ਸਮਝ ਬਿਲਕੁਲ ਨਹੀਂ। ਇਸ ਗੱਲ ਦੀ ਸਮਝ ਉਹਨੂੰ ਹੈ ਜਾ ਕੇ ਰਿਹਾ ਵਿਸ਼ਵਾਸ ਪ੍ਰਭ ਆਇਆ, ਜਿਹਦੇ ਹਿਰਦੇ 'ਚ ਵਿਸ਼ਵਾਸ ਆ ਗਿਆ, ਉਸ ਨੂੰ ਇਸ ਗੱਲ ਤੇ ਭਰੋਸਾ ਵੱਜ ਗਿਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਨੂੰ ਇਸ ਗੱਲ ਤੇ ਭਰੋਸਾ ਸੀ ਕਿ ਸਾਡਾ ਸਾਰਿਆਂ ਜੀਵਾਂ ਦਾ ਇੱਕ ਦਾਤਾ ਹੈ, ਉਹ ਅਕਾਲ ਪੁਰਖ ਪਰਮਾਤਮਾ ਹੈ, ਤੇ ਮੈਂ ਉਹਨੂੰ ਭੁੱਲਾਂ ਨਾ, ਮੈਂ ਉਸ ਅਕਾਲ ਪੁਰਖ ਪਰਮਾਤਮਾ ਨਾਲ ਜੁੜਾਂ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਸ ਦੇ ਮਨ ਵਿੱਚ ਫਿਰ ਸੱਚੇ ਗਿਆਨ ਦਾ ਪ੍ਰਗਟ ਹੋ ਗਿਆ। ਉਹਦਾ ਗਿਆਨ ਅਕਾਲ ਪੁਰਖ ਪਰਮਾਤਮਾ ਨਾਲ ਵੱਜ ਗਿਆ। ਤਤ ਗਿਆਨ, ਗਿਆਨ ਦੀ ਸਮਝ ਆ ਗਈ, ਕਿਉਂਕਿ ਗਿਆਨ ਦੋ ਤਰ੍ਹਾਂ ਦਾ, ਇੱਕ ਬ੍ਰਹਮ ਦਾ ਗਿਆਨ ਹੈ, ਇੱਕ ਭਰਮ ਦਾ ਗਿਆਨ ਹੈ, ਇੱਕ ਅੰਦਰ ਦਾ ਗਿਆਨ ਹੈ, ਇੱਕ ਬਾਹਰ ਦਾ ਗਿਆਨ ਹੈ। ਅੱਜ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਭਰਮ ਦੇ ਗਿਆਨ ਵਿੱਚ ਪਿਆ ਉਹ ਕਹਿੰਦਾ ਗਿਆਨੀ ਮੈਂ ਵਾਂ, ਜਿਹੜਾ ਭਰਮਾਂ 'ਚ ਪਿਆ ਉਹਨੂੰ ਤੁਸੀਂ ਪੁੱਛ ਕੇ ਦੇਖੋ, ਉਹ ਕਹਿੰਦਾ ਗਿਆਨੀ ਮੈਂ ਵਾਂ, ਪਰ ਨਹੀਂ। ਸਤਿਗੁਰੂ ਗੁਰੂ ਸਾਹਿਬ ਜੀ ਬਾਣੀ 'ਚ ਫਰਮਾਨ ਕਰਦੇ ਨੇ ਕਿ ਜਿਹਨੂੰ ਤਤ ਗਿਆਨ ਮਿਲ ਜਾਵੇ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜਿਹਨੂੰ ਤਤ ਗਿਆਨ ਦਾ ਚਾਨਣਾ ਹੋ ਜਾਵੇ ਕਿ ਰੱਬ ਦੀ ਹਸਤੀ ਕੀ ਹੈ, ਰੱਬ ਦੀ ਹੋਂਦ ਕੀ ਹੈ, ਰੱਬ ਕੀ ਹੈ, ਉਹਦਾ ਜੀਵਨ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਇੱਕ ਸਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਜਿਹਨੂੰ ਤਤ ਗਿਆਨ ਦੀ ਸਮਝ ਆ ਗਈ, ਉਹਦੇ ਮਨ ਵਿੱਚ ਗੱਲ ਵੀ ਉਹ ਹੈ, ਮੁੱਖ 'ਚ ਗੱਲ ਵੀ ਉਹ ਹੈ। ਉਹ ਮਨ ਦੇ ਵਿੱਚੋਂ ਉਹ ਗੱਲ ਕਰਦਾ, ਮੁੱਖ 'ਚੋਂ ਗੱਲ ਉਹ ਕਰਦਾ। ਪਰ ਜਿਹਨੂੰ ਗਿਆਨ ਨਹੀਂ ਨਾ, ਉਹ ਮੁੱਖ 'ਚੋਂ ਗੱਲਾਂ ਗਿਆਨ ਦੀਆਂ ਕਰੇਗਾ, ਅੰਦਰ ਗਿਆਨ ਨਹੀਂ। ਉਹਦੇ ਅੰਦਰ ਦੀ ਗੱਲ ਹੋਰ ਹੈ, ਬਾਹਰ ਦੀ ਗੱਲ ਹੋਰ ਹੈ। ਪਰ ਜਿਹਨੂੰ ਤਤ ਗਿਆਨ ਸਮਝ ਆ ਗਿਆ, ਉਹਦਾ ਮਨ ਤੇ ਮੁੱਖ ਇੱਕ ਪੁਕਾਰ ਕਰੇਗਾ, ਇੱਕ ਗੱਲ ਕਰੇਗਾ। ਉਹ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਹੀ ਬਾਹਰੋਂ ਹੈ। ਪਰ ਜਿਹੜਾ ਭਰਮ ਦੇ ਗਿਆਨ ਵਿੱਚ ਵੱਜਾ ਮਨੁੱਖ ਹੈ, ਉਹ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰ ਸਕਦਾ, ਉਹਦੇ ਅੰਦਰ ਗਿਆਨਤਾ ਨਹੀਂ ਹੈ, ਅੰਦਰ ਅਗਿਆਨਤਾ ਹੈ। ਜਿਹਦੇ ਅੰਦਰ ਗਿਆਨ ਆ ਗਿਆ, ਸਤਿਗੁਰੂ ਕਹਿੰਦੇ ਨੇ, ਸਮਝਾਉਂਦੇ ਨੇ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਅੰਦਰ ਮਨ ਦੇ ਵਿੱਚ ਪਰਮਾਤਮਾ ਦਾ ਗਿਆਨ ਹੋ ਗਿਆ। ਭੈ ਤੇ ਨਿਰਭਉ ਹੋਏ ਬਸਾਨਾ, ਉਹ ਮਨੁੱਖ ਜਗਤ ਦੇ ਹਰੇਕ ਡਰ ਤੋਂ ਰਹਿਤ ਹੈ। ਉਹ ਭੈ ਕਾਹੂ ਕੋ ਦੇਤਨਾ ਨਹਿ ਪੈ ਮਾਨ ਧਿਆਨ, ਉਹ ਨਾ ਕਿਸੇ ਨੂੰ ਡਰਾਉਂਦਾ, ਨਾ ਕਿਸੇ ਤੋਂ ਡਰਦਾ, ਉਹ ਕਿਸੇ ਨੂੰ ਭੈ ਨਹੀਂ ਦਿੰਦਾ, ਉਹ ਭੈ ਤੋਂ ਨਿਰਵੈਰ ਹੈ। ਕਿਉਂਕਿ ਉਹਦਾ ਜਿਹੜਾ ਜੋੜ ਹੈ, ਉਹਦਾ ਜਿਹੜਾ ਮੇਲ ਹੈ, ਉਹਦਾ ਜਿਹੜਾ ਤਾਲਮੇਲ ਜੁੜਿਆ ਹੋਇਆ, ਉਹ ਉਸ ਨਿਰਵੈਰ ਅਕਾਲ ਪੁਰਖ ਪਰਮਾਤਮਾ ਨਾਲ ਜੁੜਿਆ। ਉਹ ਭੈ ਤੇ ਨਿਰਭਉ ਹੋਏ ਬਸਾਨਾ, ਉਹ ਆਪਣੇ ਜੀਵਨ ਦਾ ਬਸਰ ਡਰ ਤੋਂ ਰਹਿਤ ਹੋ ਕੇ ਕਰਦਾ, ਭੈ ਭੀਤ ਤੋਂ ਡਰ ਰਹਿਤ ਕਰਦਾ। ਜਿਸ ਤੇ ਉਪਜਿਆ ਤੇ ਫਮਾਹੇ ਸਮਾਨਾ, ਫਿਰ ਉਹ ਸਦਾ ਹੀ ਉਸ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਜਿਸ ਤੋਂ ਪੈਦਾ ਹੋਇਆ। ਉਹਨੂੰ ਆਪਣੇ ਜੀਵਨ ਨਾਲ ਮੋਹ ਨਹੀਂ, ਉਸ ਨੂੰ ਫਿਰ ਇਸ ਗੱਲ ਦਾ ਗਿਆਨ ਹੋ ਜਾਂਦਾ ਕਿ ਇਹ ਸਰੀਰ ਬਿਨਸਰਾ ਹੈ, ਇਹਦੇ ਨਾਲ ਮੋਹ ਨਹੀਂ ਕਰਨਾ, ਇਹ ਤੇ ਜੋ ਉਪਜੋ ਸੋ ਬਿਨਸ ਹੈ।
ਇੱਥੇ ਜਿਹੜਾ ਆਇਆ ਸੰਸਾਰ ਦੇ ਵਿੱਚ ਉਹਨੇ ਜਾਣਾ ਹੈ। ਫਿਰ ਉਸ ਜੀਵ ਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਆ, ਸਥਿਰ ਜੀਵਨ ਦਾ ਵਿੱਚ ਗੁਣ ਇਹੋ ਜਿਹੇ ਪੈ ਜਾਂਦੇ ਆ ਕਿ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹ ਅਭੇਦ ਹੋ ਜਾਂਦਾ ਹੈ, ਜਿਵੇਂ ਪਾਣੀ ਦੇ ਵਿੱਚ ਪਾਣੀ ਅਭੇਦ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ। ਜਿਸ ਉਸਨੂੰ ਇਸ ਗੱਲ ਦੀ ਸਮਝ ਹੋ ਜਾਂਦੀ ਹੈ ਕਿ ਜਿਸ ਤੇ ਉਪਜਿਆ, ਜਿੱਥੋਂ ਪੈਦਾ ਹੋਇਆ, ਉਸ ਪ੍ਰਭੂ ਵਿੱਚ ਹੀ ਲੀਨ ਰਹਿਣਾ, ਉਸ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਦੇ ਵਿੱਚ, ਭਾਣੇ ਦੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਨਾ। ਫਿਰ ਉਸ ਦਾ ਜੀਵਨ ਹੈ ਜੋ ਗੁਰ ਕਹਿ ਸੋਈ ਭਲ ਮਾਨੋ। ਉਹਨੇ ਭਲਾ ਕਰਕੇ ਮੰਨਣਾ ਗੁਰੂ ਦੇ ਹੁਕਮ ਨੂੰ। ਉਹਨੇ ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਉਹਨੇ ਮਨ ਨੂੰ ਅਕਾਲ ਪੁਰਖ ਪਰਮਾਤਮਾ ਦੇ ਸਮਰਪਣ ਕਰ ਦਿੱਤਾ। ਅਕਾਲ ਪੁਰਖ ਪਰਮਾਤਮਾ ਨੂੰ ਸਮਰਪਣ ਹੋ ਗਿਆ ਉਹ ਜੀਵ। ਉਹਦੇ ਅੰਦਰ ਹਉਮੈ ਹੰਕਾਰ ਖਤਮ ਹੋ ਗਈ, ਈਰਖਾ ਖਤਮ ਹੋ ਗਈ, ਦਵੈਸ਼ਤਾ ਖਤਮ ਹੋ ਗਈ, ਕਿਸੇ ਪ੍ਰਤੀ ਕੋਈ ਨਹੀਂ। ਕਿਉਂਕਿ ਉਹਦੇ ਅੰਦਰ ਤੱਤ ਦਾ ਗਿਆਨ ਹੈ ਕਿ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ। ਜਾ ਕੇ ਹਿਰਦੈ ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੈ ਬਸਤ ਕਢਾਈ। ਫਿਰ ਇੱਕ ਇੱਕ ਚੀਜ਼ ਜੋ ਉਸ ਦੀ ਕਿਸਮਤ ਵਿੱਚ ਹੈ ਉਸ ਨੂੰ ਰਲਾ ਦਿੱਤੀ ਜਾਵੇ, ਜਿਹੜੀ ਬਸਤ ਸੰਸਾਰੀ ਬਸਤ ਕਹਿ ਲਓ, ਹਰ ਇੱਕ ਦਿੱਤੀ ਹੋਈ ਪਰਮਾਤਮਾ ਦੀ। ਜਿਸ ਕੀ ਬਸਤ ਮਾਹੇ ਲੈ ਬਸਤ ਕਢਾਈ। ਜਿਵੇਂ ਇੱਕ ਚੀਜ਼ ਨੂੰ ਲੈ ਕੇ ਕਿਸੇ ਕਿਸਮ ਦੀ ਚੀਜ਼ ਵਿੱਚ ਰਲਾ ਦਿੱਤਾ ਜਾਵੇ, ਪਾਣੀ ਦਾ ਮੰਨ ਲਓ ਪਾਣੀ 'ਚ ਰਲਾ ਦਿੱਤਾ ਜਾਵੇ, ਵੱਖ ਨਹੀਂ ਕੀਤਾ ਜਾ ਸਕਦਾ। ਉਸ ਵਸਤ ਨੂੰ, ਜਿਸ ਵਸਤ ਨੂੰ ਵਿੱਚ ਮਿਲਾ ਦਿੱਤਾ ਜਾਵੇ, ਮੁੜ ਕੇ ਉਹਨੂੰ ਵੱਖ ਕਰਨਾ ਸੰਭਵ ਨਹੀਂ। ਕੋਸ਼ਿਸ਼ ਕਰੋ ਤਾਂ ਵੀ ਨਾ ਵੱਖ ਹੋਵੇ। ਜਿਹੜਾ ਜੀਵ ਅਕਾਲ ਪੁਰਖ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ, ਉਹਨੂੰ ਪਰਮਾਤਮਾ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਗੱਲ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਉਹ ਪਰਮਾਤਮਾ ਨਾਲੋਂ ਵੱਖ ਨਹੀਂ ਹੋ ਜਾਂਦਾ, ਚਾਹੇ ਉਹਦੇ ਸਰੀਰ ਤੇ 2 ਫਾਰ ਆੜਾ ਚੱਲ ਜਾਵੇ। ਅਸੀਂ ਕੱਲ੍ਹ ਦਾ ਜਿਹੜਾ ਆ ਰਿਹਾ ਦਿਨ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। 5 ਪਿਆਰੇ ਸਾਹਿਬਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਜੇ, ਉਹਨਾਂ ਨੂੰ ਵੱਖ ਕਰ ਸਕੇ। ਉਹ ਅਭੇਦ ਹੋ ਗਏ ਪਰਮਾਤਮਾ ਦੀ ਇਬਾਦਤ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਹੁਣ ਇਕੱਠ ਤੇ ਅਸੀਂ ਇਤਿਹਾਸ 'ਚ ਸਰਵਣ ਕਰਦੇ ਹਾਂ ਕਿ 1699 ਦੀ ਵਿਸਾਖੀ ਨੂੰ 80,000 ਦਾ ਇਕੱਠ ਸੀ। 80,000 ਚੋਂ ਕਿੰਨੇ ਨਿਤਰੇ? 5। ਅੱਜ ਉਹਨਾਂ 5 ਦਾ ਹੀ ਜ਼ਿਕਰ ਹੈ, 6ਵੇਂ ਦਾ ਤਾਂ ਸਾਨੂੰ ਵੀ ਨਹੀਂ ਪਤਾ। ਔਰ 5 ਸਰਾਜੀਤ ਕਰ ਦਿੱਤੇ ਕਿ ਅੱਜ ਵੀ ਤੁਸੀਂ ਜਦੋਂ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦੇ ਹੋ, ਉਹਨਾਂ 5 ਦਾ ਪਹਿਲਾਂ ਕੱਢਦੇ ਹੋ। ਅਰਦਾਸ ਜ਼ਿਕਰ ਕਰਦੇ ਹੋ, ਉਹਨਾਂ ਦਾ ਪਹਿਲਾਂ ਜ਼ਿਕਰ ਕਰਦੇ ਹੋ। 5 ਪਿਆਰਿਆਂ, 4 ਸਾਹਿਬਜ਼ਾਦਿਆਂ, ਪਹਿਲਾਂ 5 ਦਾ ਹੀ ਜ਼ਿਕਰ ਹੈ ਨਾ। ਕਿਉਂਕਿ ਉਹ ਪਰਮਾਤਮਾ 'ਚ ਭੇਦ ਹੋ ਗਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀ ਕਹਿ ਦਿੱਤਾ? ਖਾਲਸਾ ਮੇਰੋ ਰੂਪ ਹੈ ਖਾਸ। ਤੇ ਮੇਰਾ ਨਿਵਾਸ ਕਿੱਥੇ ਹੈ? ਖਾਲਸੇ ਮੇ ਹੋਂ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਖਾਲਸਾ ਹੀ ਮੇਰੀ ਜਾਨ ਹੈ ਤੇ ਮੇਰਾ ਨਿਵਾਸ ਵੀ ਖਾਲਸੇ ਵਿੱਚ ਹੈ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਧੀਆਂ ਪੁੱਤਰ ਬਣਾ ਕੇ ਆਪਣੇ ਪਰਿਵਾਰ 'ਚ ਸ਼ਾਮਲ ਕਰ ਲਿਆ, ਆਪਣੇ 'ਚ ਭੇਦ ਕਰ ਲਿਆ ਕਿ ਤੁਸੀਂ ਮੇਰੀ ਜਾਨ ਕੀ ਜਾਨ ਹੋ, ਤੁਸੀਂ ਮੇਰੇ ਪਿੰਡ ਪ੍ਰਾਨ ਹੋ ਤੇ ਮੇਰਾ ਨਿਵਾਸ ਤੁਹਾਡੇ 'ਚ ਹੈ। ਬਸਤ ਮਾਹੇ ਲੈ ਬਸਤ ਕਢਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਜਿਵੇਂ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ, ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਉਹ ਅਕਾਲ ਪੁਰਖ ਪਰਮਾਤਮਾ ਦੇ ਭੇਦ ਵਿੱਚ ਰੰਗਿਆ ਗਿਆ, ਵੱਖ ਨਹੀਂ ਹੋ ਸਕਦਾ। ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਫਿਰ ਇਸ ਸੰਸਾਰ 'ਚ ਵਿਚਾਰਨ ਵਾਲਾ ਕੋਈ ਵਿਰਲਾ ਹੀ ਸਮਝਦਾ। ਬੂਝੈ
ਬੂਝਣ ਹਾਰ ਵਿਵੇਕ। ਕਹਿਣ ਲੱਗੇ ਵਿਵੇਕ ਵਿਚਾਰ ਕਰਨ ਵਾਲਾ, ਪਰਖ ਕਰਨ ਵਾਲਾ, ਪਾਰਖੂ। ਵੈਸੇ ਜੇ ਅੱਜ ਦੇ ਮਨੁੱਖ ਦੀ ਗੱਲ ਕਰੀਏ ਨਾ, ਇਹ ਪਾਰਖੂ ਬਹੁਤ ਵੱਡਾ ਹੈ, ਪਰਖ ਬੜੀ ਛੇਤੀ ਕਰਦਾ। ਪਰਖ ਕਰਨ ਲੱਗਾ ਤੇ ਇਹ ਕੱਪੜੇ ਵਾਲੀ ਦੁਕਾਨ ਤੇ ਬੈਠਾ ਹੋਵੇ ਤੇ ਪਰਖ ਕਰਦਾ ਕਰਦਾ ਘੰਟਾ ਘੰਟਾ ਲਾ ਦੇਗਾ। ਸੋਨੇ ਵਾਲੀ ਦੁਕਾਨ ਤੇ ਬੈਠਾ ਹੋਵੇ, ਪਰਖ ਹੀ ਕਰੀ ਜਾਵੇਗਾ। ਏਡਾ ਪਾਰਖੂ ਹੈ, ਉੱਡਦੇ ਜਾਂਦੇ ਜਾਨਵਰ ਨੂੰ ਪਛਾਣ ਲੈਂਦਾ। ਏਡਾ ਪਾਰਖੂ ਹੈ, ਤੁਰੇ ਜਾਂਦੇ ਪਸ਼ੂ ਨੂੰ ਪਛਾਣ ਕੇ ਦੱਸ ਦਿੰਦਾ। ਪਰਖ ਕਰਨ ਵਿੱਚ ਅੱਜ ਦੀ ਟੈਕਨੋਲੋਜੀ ਬਹੁਤ ਅੱਗੇ ਹੈ। ਪਰ ਸਤਿਗੁਰੂ ਇੱਥੇ ਕੀ ਸਮਝਾ ਰਹੇ ਨੇ? ਕਹਿਣ ਲੱਗੇ ਤੂੰ ਦੁਨੀਆਦਾਰੀ ਦੀ ਪਰਖ 'ਚ ਪਿਆ ਮੈਂ, ਦੁਨੀਆਦਾਰੀ ਪਰਖ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਡਿਆ, ਦੁਨੀਆਦਾਰੀ ਦੀ ਪਰਖ ਨੂੰ ਬੜੀ ਚੰਗੀ ਤਰ੍ਹਾਂ ਵਿਚਾਰਨ ਡਿਆ, ਪਰ ਬੂਝਾ ਬੂਝਣ ਹਾਰ ਵਿਵੇਕ। ਪਰਖ ਕਰ ਆਪਣੇ ਆਪ ਦੀ, ਪਰਖ ਕਰ ਆਪਣੇ ਆਪ ਦੀ ਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੀ ਦੱਸੇ ਹੋਏ ਮਾਰਗ ਤੇ ਕਿੰਨਾ ਕੁ ਉਤਰਿਆ। ਜੀਵਨ ਤੇ ਰੱਬ ਨੇ ਦਿੱਤਾ, ਸਰੀਰ ਰੱਬ ਨੇ ਦਿੱਤਾ, ਔਰ ਮੰਗਣ ਤੋਂ ਬਗੈਰ ਦਿੱਤਾ, ਮੰਗਿਆ ਨਹੀਂ ਅਸੀਂ। ਹੱਥ ਪੈਰ ਅੰਗ, ਬੋਲਣ ਵਾਸਤੇ ਜ਼ੁਬਾਨ, ਵੇਖਣ ਵਾਸਤੇ ਅੱਖਾਂ ਅਕਾਲ ਪੁਰਖ ਪਰਮਾਤਮਾ ਨੇ ਦਿੱਤੀਆਂ ਨੇ, ਜਿਹਦੀ ਕੋਈ ਕੀਮਤ ਹੀ ਨਹੀਂ ਦਿੱਤੀ, ਉਹ ਰੱਬ ਨੇ ਦਿੱਤੀਆਂ ਨੇ। ਪਰ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਨੇ ਦਿੱਤਾ ਤੇ ਬੁੱਝ, ਉਹਨੂੰ ਸਮਝ। ਬੂਝੈ ਬੂਝਣ ਹਾਰ ਵਿਵੇਕ। ਪਰ ਇਸ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੈ ਜਿਹਨੇ ਬੁੱਝ ਲਿਆ, ਜਿਹਨੇ ਸਮਝ ਲਿਆ। ਉਹਨਾਂ ਦਾ ਇਤਿਹਾਸ ਸਾਡੇ ਅਸੀਂ ਬਹੁਤ ਵਾਰ ਵਿਚਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਅਕਾਲ ਪੁਰਖ ਪਰਮਾਤਮਾ 'ਚ ਭੇਦ ਹੋਏਗੇ, ਉਹਨਾਂ ਦੇ ਸਰੀਰ ਤੇ ਕਸ਼ਟ ਚੱਲੇ ਨੇ, ਉਹ ਨਹੀਂ ਘਬਰਾਏ, ਕਿਉਂਕਿ ਉਹਨਾਂ ਨੇ ਸਮਝ, ਉਹਨਾਂ ਦੀ ਸੋਚ ਵਿਚਾਰ ਉਸ ਅਕਾਲ ਪੁਰਖ ਪਰਮਾਤਮਾ ਨਾਲ ਸਮਝ 'ਚ ਜੁੜ ਚੁੱਕੀ ਸੀ। ਨਾਰਾਇਣ ਮਿਲੇ ਨਾਨਕ ਏਕ। ਨਾਰਾਇਣ ਅਕਾਲ ਪੁਰਖ ਪਰਮਾਤਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਵਾਰ ਸ਼ਬਦ ਨਾਰਾਇਣ ਆਇਆ, ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ। ਔਰ ਪਰਮਾਤਮਾ ਦੇ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵੱਖ-ਵੱਖ ਤਰ੍ਹਾਂ ਪੁਕਾਰੇ ਨੇ। ਠਾਕੁਰ ਕਿਹਾ, ਗੋਬਿੰਦ ਕਿਹਾ, ਬਨਵਾਰੀ ਕਿਹਾ, ਗੋਪਾਲ ਕਿਹਾ, ਗੋਬਿੰਦ ਕਿਹਾ, ਬਨਵਾਰੀ ਕਿਹਾ, ਨਾਰਾਇਣ ਕਿਹਾ, ਰਾਮ ਕਿਹਾ, ਅੱਲਾ ਕਿਹਾ, ਵਾਹਿਗੁਰੂ ਕਿਹਾ। ਉਸ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਹੀ ਹੈ, ਇੱਕ ਨਾਲ ਜੁੜਨ ਵਾਸਤੇ ਉਹਦੇ ਨਾਂ ਅਨੇਕ ਨੇ। ਜਦੋਂ ਤੂੰ ਨਾਰਾਇਣ ਮਿਲੇ ਨਾਨਕ ਏਕ, ਉਸ ਨਾਰਾਇਣ ਨੂੰ, ਜੀਵ ਨੂੰ, ਪ੍ਰਭੂ ਨੂੰ ਮਿਲ ਕੇ ਉਸ ਦੇ ਨਾਲ ਇੱਕ ਰੂਪ ਹੋ ਜਾਵੇਂ, ਤੈਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇੱਕ ਰੂਪ ਹੋਏ ਨੇ ਜਿਨ੍ਹਾਂ ਦਾ ਅਸੀਂ ਕੱਲ ਖਾਲਸਾ ਸਾਜਨਾ ਦਿਵਸ ਮਨਾਇਆ। ਜਦੋਂ ਇੱਕ ਰੂਪ ਹੋ ਗਏ, ਖਾਲਸਾ ਸੱਜ ਗਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਅਦ 'ਚ ਇਹ ਗੱਲ ਕਹਿ ਦਿੱਤੀ ਨਾ ਕਿ ਭਾਈ ਦਇਆ ਸਿੰਘ ਸਾਹਿਬ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਤੇ ਸਤਿਗੁਰੂ ਜੀ ਨੇ ਇਹ ਗੱਲ ਕਹੀ। ਦਇਆ ਸਿੰਘ ਕਹਿਣ ਲੱਗੇ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰੂ ਅਸੀਂ ਸੀਸ ਦਿੱਤੇ ਆ, ਤੁਸੀਂ ਕੀ ਦੇਵੋਗੇ ਇਹ ਦਾਤ ਲੈਣ ਵਾਸਤੇ? ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਸੀ, ਭਾਈ ਦਇਆ ਸਿੰਘ ਸਾਹਿਬ ਜੀ ਵਕਤ ਦੱਸੇਗਾ, ਸਮਾਂ ਦੱਸੇਗਾ, ਮੈਂ ਸਰਬੰਸ ਵਾਰ ਦਿਆਂਗਾ। ਵਾਹਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬੇ ਕਮਾਲ, ਦਸ਼ਮੇਸ਼ ਪਿਤਾ, ਚੋਜੀ ਪ੍ਰੀਤਮ, ਦੁਸ਼ਟ ਦਮਨ, ਸੰਤ ਸਿਪਾਹੀ, ਨੀਲੇ ਦੇ ਸ਼ਾਹ ਸਵਾਰ, ਜਿਨ੍ਹਾਂ ਨੂੰ ਅਸੀਂ ਇੰਨਿਆਂ ਨਾਵਾਂ ਨਾਲ ਪੁਕਾਰਦੇ ਹਾਂ। ਦੁਨੀਆ ਤੇ ਵਾਹਦ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਮਹਾਰਾਜ, ਜਿਹੜੇ ਸ਼ਹੀਦ ਪਿਤਾ ਦੇ ਪੁੱਤਰ ਨੇ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਨੇ। ਉਹਨਾਂ ਦੀ ਪਿਤਾ ਦੀ ਸ਼ਹਾਦਤ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਬੈਠੇ। ਉਹ ਸ਼ਹੀਦ ਪਿਤਾ ਦੇ ਪੁੱਤਰ ਸਨ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਸਨ। ਭਾਈ ਦਇਆ ਸਿੰਘ ਸਾਹਿਬ ਜੀ ਵਕਤ ਮੈਂ ਮਾਂ ਵਾਰ ਦਿੱਤੀ, ਪਿਤਾ ਵਾਰ ਦਿੱਤਾ, ਪੁੱਤਰ ਵਾਰ ਦਿਆਂਗਾ, ਸਰਬੰਸ ਵਾਰ ਦੇਵਾਂਗਾ, ਪਰ ਮੈਨੂੰ ਪਿਆਰਾ ਕੀ ਹੈ? ਅੰਮ੍ਰਿਤ, ਜੋ ਮੈਂ ਖਾਲਸੇ ਨੂੰ ਦੇ ਕੇ ਚੱਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਕੱਲ੍ਹ ਖਾਲਸਾ ਸਾਜਨਾ ਦਿਵਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਔਰ ਵਿਸ਼ੇਸ਼ ਗੱਲ, ਉੱਥੇ ਅੰਮ੍ਰਿਤ ਸੰਚਾਰ ਦੇ ਸਮਾਗਮ ਹੋ ਰਹੇ ਆ। ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ, ਅਸੀਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਵਾਰੀਏ, ਆਪਣੇ ਜੀਵਨ ਨੂੰ ਸ਼ਿੰਗਾਰੀਏ, ਗੁਰੂ ਵਾਲੇ ਬਣੀਏ,
ਹੋਈਆਂ ਭੁੱਲਾਂ ਦੀ ਮੁਆਫੀ ਜੀ। ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਨੇ, ਮੁਆਫੀ ਜੀ। ਬੁਲਾਓ ਫਤਿਹ।